साडी कोई समाज सेवी संस्था नहीं है, मतलब समाज की ये जिहड़ी साडी ये भावना है वो सिख पंथ का हिस्सा होने करके साडी एक जिम्मेवारी है कि उस टब्बर नूं सांभिया जावे कि जिहड़े बंदे ने साडे प्यो नूं हत्थ पाया जां साडे गुरु ग्रंथ साहब नूं जाके हत्थ पाया ओहदी मदद फिर क्यों हो रही है। किन्हां हालातां 'च गए तुसीं? लोग बड़ी विरोधता कर रहे हैं कि लखबीर ने बहुत गलत किया सी उस दे, हालांकि पिंड वालिਆਂ ने भी ये कहा सी कि उसका तो संस्कार नहीं होण देना, असीं अरदास नहीं होण देनी, असीं मतलब धार्मिक रीति रिवाज नहीं होण देने। तुसीं ये किवें फैसला लिया कि सानूं उन्हां दी जाके आर्थिक मदद करनी चाहिए? साडी रूह कंब गई वो देख के भी वो हालात असीं देखे नहीं। असीं इस गल तो खुश हुंदे सी भी असीं स्वर्ग च रहंदे आ, जिहड़े एरिया तो असीं बिलोंग करदे आ उत्थे कच्चे घर बुरा हाल ते ਉਹਦੇ ਵਿੱਚ ਉਹ ਬੇਟੀਆਂ ਅੱਗੇ ਕਿੱਦਾਂ ਵਧਣਗੀਆਂ, ਉਹਨਾਂ ਦੀ ਪੜ੍ਹਾਈ ਦਾ ਖਰਚਾ, ਉਹਨਾਂ ਦੇ ਵਿਆਹ ਹੋਣਗੇ, ਜਿਹਦੇ ਪਿਓ ਦੇ ਉੱਤੇ ਐਡਾ ਵੱਡਾ ਇਲਜ਼ਾਮ ਲੱਗ ਗਿਆ ਹੋਵੇ ਉਹ ਬੇਟੀਆਂ ਕਿੱਥੇ ਬਹਿਆਂ ਜਾਣਗੀਆਂ। ਅਸੀਂ ਅੰਨ੍ਹੇਵਾਹ ਵਿਰੋਧ ਨਹੀਂ ਕਿਸੇ ਗੱਲ ਦਾ ਕਰ ਸਕਦੇ, ਵਿਰੋਧ ਕਰਨਾ ਵੀ ਇੱਕ ਰਾਜਨੀਤੀ ਹੁੰਦੀ ਹੈ। ਘਰਦਿਆਂ ਦਾ ਤਾਂ ਇਹ ਵੀ ਦੱਸਣਾ ਹੈਗਾ ਵੀ ਉਹ ਜਿਹੜਾ ਬੰਦਾ ਸੀ ਜਦੋਂ ਕਿਤੇ ਗੁਰਦੁਆਰੇ ਜਾਂਦਾ ਸੀਗਾ ਤਾਂ ਲੰਗਰ ਬਾਹਰ ਬੈਠ ਕੇ ਛਕ ਲੈਂਦਾ ਸੀ, ਵਿੱਚ ਚਾਹ ਵੀ ਪੀਂਦਾ ਸੀ ਤਾਂ ਬਾਹਰ ਬੈਠ ਕੇ ਛਕ ਲੈਂਦਾ ਸੀ। ਉਹ ਕਹਿੰਦਾ ਵੀ ਮੈਂ ਨਸ਼ੇ ਪੱਤੇ ਖਾਣ ਵਾਲਾ ਬੰਦਾ ਹੈ ਤੇ ਅੰਦਰ ਜਾਊਂਗਾ ਤਾਂ ਮੈਂ ਗੁਰੂ ਘਰ ਦੀ ਬੇਅਦਬੀ ਹੋਏਗੀ, ਮੈਂ ਬਾਹਰ ਬੈਠ ਜਾਂਦਾ। ਜਿਹੜੇ ਬੰਦੇ ਮੁੱਖ ਇਹਦੇ ਪਿੱਛੇ ਸਾਜ਼ਿਸ਼ ਕਰਤਾ ਸਨ ਉਹਨਾਂ ਨੇ ਇੱਕ ਜਿਹੜਾ ਡਰਗ ਐਡਿਕਟ ਬੰਦਾ ਹੈ ਉਹ ਵਰਤ ਕੇ ਸੁੱਟ ਦਿੱਤਾ ਹੈ। ਫਿਰ ਗੱਲ ਇਹ ਆਉਂਦੀ ਵੀ ਉਹ ਬੰਦਾ ਉੱਥੇ ਕਿੱਦਾਂ ਪਹੁੰਚ ਗਿਆ, ਉਹ ਬੰਦੇ ਤੋਂ ਕਿਵੇਂ ਕਰਾਇਆ ਗਿਆ, ਠੀਕ ਹੈ ਨਾ, ਉਹ ਐਡੀ ਵੱਡੀ ਗੱਲ ਕਿਵੇਂ ਹੋ ਗਈ। ਗਿਆ ਬੇਅਦਬੀ ਦੇ ਦੋਸ਼ ਦੇ ਵਿੱਚ ਉਹਦੇ ਨਾਲ ਜੋ ਵਰਤਾਰਾ ਹੋਇਆ ਉਹ ਹੋਇਆ, ਪਰ ਕੀ ਹੈਗਾ ਕਿ ਇਸ ਕਰਕੇ, ਪਰ ਇਹ ਗੱਲ ਕਹਿਣਾ ਕਿ ਉਹ ਸਿਰਫ ਦਲਿਤ ਸੀ ਇਸੇ ਕਰਕੇ ਉਹਦੇ ਨਾਲ ਇਹ ਵਰਤਾਰਾ ਹੋਇਆ, ਇਹ ਤਾਂ ਗੱਲ ਸੋਚਣ ਵਾਲੀ ਆ ਨਾ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਅੱਜ ਕੱਲ੍ਹ ਹਾਈ ਪ੍ਰੋਫਾਈਲ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਸਿੰਘੂ ਤੇ ਹੋਇਆ ਕਤਲ ਹੈ, ਕਿਉਂਕਿ ਉਸ ਕਤਲ ਨੇ ਬਹੁਤ ਸਾਰੀਆਂ ਅਜਿਹੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਤੋਂ ਉਮੀਦ ਵੀ ਕੀਤੀ ਜਾ ਰਹੀ ਸੀ ਕਿ ਇਸ ਤੋਂ ਤਾਂ ਪਰਦੇ ਚੁੱਕੇ ਜਾਣਗੇ। ਇੱਕ ਵੀਡੀਓ ਅੱਜ ਸਵੇਰੇ ਹੀ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਲਖਬੀਰ ਸਿੰਘ ਜੋ ਇਸ ਮਾਮਲੇ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ ਉਹ ਕਨਫੈਸ ਕਰ ਰਿਹਾ ਹੈ ਕਿ ਹਾਂ ਅਸੀਂ 30-30 ਹਜ਼ਾਰ ਰੁਪਏ ਦੇ ਕੇ ਇੱਥੇ ਆਏ ਹਾਂ, ਸਾਡੇ ਨਾਲ ਹੋਰ ਵੀ ਬੰਦੇ ਔਰ ਇੱਕ ਮੋਬਾਈਲ ਨੰਬਰ ਵੀ ਉਸ ਦੇ ਵੱਲੋਂ ਦੱਸਿਆ ਜਾ ਰਿਹਾ ਸੀ। ਹੁਣ ਇਸ ਮਾਮਲੇ ਦੇ ਵਿੱਚ ਨਿਹੰਗ ਸਿੰਘ ਆਪਣਾ ਪੱਖ ਰੱਖ ਰਹੇ ਨੇ ਔਰ ਬਾਕੀ ਧਿਰਾਂ ਆਪਣਾ ਪੱਖ ਰੱਖ ਰਹੀਆਂ। ਹਾਲਾਂਕਿ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਿਆ ਤੇ ਮੰਗ ਇੱਕ ਜ਼ਰੂਰ ਕੀਤੀ ਜਾ ਰਹੀ ਹੈ ਕਿ ਇਹਦੀ ਜਾਂਚ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਵੀ ਇਹ ਬੰਦਾ ਦਿੱਲੀ ਪਹੁੰਚਿਆ ਕਿਵੇਂ, ਉਸਨੇ ਬੇਅਦਬੀ ਕੀਤੀ ਕਿਉਂ, ਉਸਦੇ ਪਿੱਛੇ ਕਾਰਨ ਕੀ ਸੀ ਔਰ ਇਹ ਬੇਅਦਬੀ ਵਰਗਾ ਫੈਸਲਾ ਉਹਦਾ ਸੀ ਜਾਂ ਕਿਸੇ ਹੋਰ ਦਾ ਸੀ। ਹੁਣ ਇਸ ਸਭ ਦੇ ਵਿਚਾਲੇ ਇਹ ਬਹੁਤ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀ ਲਖਬੀਰ ਸਿੰਘ। ਇਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਸੀ, ਜਿਸ ਦੇ ਵਿੱਚੋਂ ਲਖਬੀਰ ਸਿੰਘ ਲਗਭਗ ਘਰੋਂ ਬਾਹਰ ਸੀ, ਨਸ਼ਾ ਕਰਦਾ ਸੀ, ਜਿੰਨਾ ਕੁ ਥੋੜ੍ਹਾ ਬਹੁਤਾ ਕੰਮ ਕਰਦਾ ਸੀ ਉਹ ਆਪਣੇ ਲਈ ਹੀ ਕਰਦਾ ਸੀ, ਜਾਣੀ ਉਹ ਨਸ਼ੇ ਦੀ ਪੂਰਤੀ ਦੇ ਲਈ ਕੰਮ ਕਰਦਾ ਸੀ। ਉਸ ਦਾ ਪਰਿਵਾਰ ਕਈ ਸਾਲਾਂ ਤੋਂ ਸੰਤਾਪ ਹੰਢਾ ਰਿਹਾ ਸੀ, ਉਸ ਦੀ ਪਤਨੀ ਤੇ ਉਸ ਦੇ ਬੱਚੇ ਸੰਤਾਪ ਹੰਢਾ ਰਹੇ ਸੀ ਕਿਉਂਕਿ ਉਹ ਉਸ ਨੂੰ ਛੱਡ ਕੇ ਆਪਣੇ ਪੇਕੇ ਪਰਿਵਾਰ ਜਾ ਪਹੁੰਚੀ ਸੀ। ਹੁਣ ਇਸ ਫੈਮਿਲੀ ਦੇ ਕੋਲ ਜਾਣੀ ਉਸ ਦੀ ਪਤਨੀ ਔਰ ਬੱਚਿਆਂ ਦੇ ਕੋਲ ਇੱਕ ਜੋ ਸਮਾਜ ਸੇਵੀ ਸੰਸਥਾ ਹੈ ਉਹ ਪਹੁੰਚੀ, ਉਹਨਾਂ ਨੇ ਜਾ ਕੇ ਉਹਨਾਂ ਦੀ ਆਰਥਿਕ ਮਦਦ ਵੀ ਕੀਤੀ ਇਸ ਮਕਸਦ ਦੇ ਨਾਲ ਕਿ ਜੇਕਰ ਲਖਬੀਰ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਦੀ ਸਜ਼ਾ ਉਸ ਦੇ ਪਰਿਵਾਰ ਨੂੰ ਨਹੀਂ ਮਿਲਣੀ ਚਾਹੀਦੀ। ਮੇਰੇ ਨਾਲ ਗੰਗਵੀਰ ਜੀ ਨੇ, ਇਹਨਾਂ ਦੀ ਸਮਾਜ ਸੇਵੀ ਸੰਸਥਾ ਹੈ, ਇਹ ਉੱਥੇ ਪਹੁੰਚੇ ਨੇ। ਲਾਧੂਵਾਲ ਜਿਹੜਾ ਪਿੰਡ ਹੈ ਅੰਮ੍ਰਿਤਸਰ ਦਾ ਪਿੰਡ ਹੈ, ਤਰਨਤਾਰਨ ਦੇ ਨਾਲ ਲੱਗਦਾ, ਜਾਣੀ ਅੰਮ੍ਰਿਤਸਰ ਦਾ ਆਖਰੀ ਪਿੰਡ ਹੈ, ਉੱਥੇ ਲਖਬੀਰ ਦੇ ਸਹੁਰੇ ਸੀਗੇ। ਗੰਗਵੀਰ ਜੀ ਤੋਂ ਸਮਝਦੇ ਹਾਂ, ਗੰਗਵੀਰ ਜੀ ਕਿਹਨਾਂ ਹਾਲਾਤਾਂ 'ਚ ਗਏ ਤੁਸੀਂ? ਲੋਕ ਬੜੀ ਵਿਰੋਧਤਾ ਕਰ ਰਹੇ ਨੇ ਕਿ ਲਖਬੀਰ ਨੇ ਬਹੁਤ ਗਲਤ ਕੀਤਾ ਸੀ ਉਸ ਦੇ, ਹਾਲਾਂਕਿ ਪਿੰਡ ਵਾਲਿਆਂ ਨੇ ਵੀ ਇਹ ਕਿਹਾ ਸੀ ਕਿ ਉਸ ਦਾ ਤਾਂ ਸੰਸਕਾਰ ਨਹੀਂ ਹੋਣ ਦੇਣਾ, ਅਸੀਂ ਅਰਦਾਸ ਨਹੀਂ ਹੋਣ ਦੇਣੀ, ਅਸੀਂ ਮਤਲਬ ਧਾਰਮਿਕ ਰੀਤੀ ਰਿਵਾਜ ਨਹੀਂ ਹੋਣ ਦੇਣੇ। ਤੁਸੀਂ ਇਹ ਕਿਵੇਂ ਫੈਸਲਾ ਲਿਆ ਕਿ ਸਾਨੂੰ ਉਹਨਾਂ ਦੀ ਜਾ ਕੇ ਆਰਥਿਕ ਮਦਦ ਕਰਨੀ ਚਾਹੀਦੀ? ਦੇਖੋ, ਮੈਂ ਜਦੋਂ ਇਸ ਪੂਰੇ ਮਸਲੇ ਨੂੰ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਵੀ ਇਹ ਮਸਲੇ ਨੂੰ ਕਈ ਪੱਖਾਂ ਤੋਂ ਦੇਖਣ ਦੀ ਲੋੜ ਹੈ। ਪਹਿਲੀ ਗੱਲ ਤਾਂ
ਮਤਲਬ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਇਸ ਮਸਲੇ ਨੂੰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰੋਟੀਆਂ ਸੇਕਣ ਦੀ ਰਾਜਨੀਤਿਕ ਪਾਰਟੀਆਂ ਨੇ ਜਾਤ ਦਾ ਮਸਲਾ ਬਣਾ ਕੇ ਪੇਸ਼ ਕੀਤਾ, ਤਾਂ ਮੈਨੂੰ ਲੱਗਦਾ ਸੀ ਵੀ ਇਸ ਮਸਲੇ ਤੇ ਸਿੱਖ ਸਮਾਜ ਵੱਲੋਂ ਹੀ ਕੋਈ ਰਿਐਕਸ਼ਨ ਆਉਣਾ ਚਾਹੀਦਾ। ਤੇ ਉਦੋਂ ਮੈਂ ਦੇਖਿਆ ਵੀ ਚਲੋ ਲਖਵੀਰ ਸਿੰਘ ਨੇ ਜਿਹੜੀ ਬੇਅਦਬੀ ਕੀਤੀ ਹੈ ਉਹਦੀ ਸਜ਼ਾ ਉਹਨੂੰ ਮਿਲ ਗਈ, ਪਰ ਕੱਲ੍ਹ ਨੂੰ ਇਹ ਨਾ ਹੋ ਜਾਵੇ ਕਿ ਉਹਦੀ ਸਜ਼ਾ ਦੇ ਜਿਹੜੇ ਦੋਸ਼ੀ ਹੈ ਉਹਦਾ ਟੱਬਰ ਐਲਾਨ ਦਿੱਤਾ ਜਾਵੇ ਜਾਂ ਉਹਦੀ ਬੱਚੀਆਂ ਜਾਂ ਬੇਟੀ ਤੇ ਕੋਈ ਇਸ ਤਰ੍ਹਾਂ ਦੀ ਤੋਹਮਤ ਲੱਗੇ। ਤਾਂ ਮੈਨੂੰ ਲੱਗਿਆ ਵੀ ਜਿਹੜਾ ਕਿਉਂਕਿ ਉਹਦਾ ਟੱਬਰ ਜਿਹੜਾ ਹੈ ਉਹਦੀਆਂ ਵੋਟੀ ਤੇ ਉਹਦੇ ਬੱਚੇ ਜਿਹੜੇ ਹੈ ਪਿਛਲੇ 5 ਸਾਲ ਤੋਂ ਆਪਣੇ ਨਾਨਕੇ ਰਹਿ ਰਹੇ ਸੀਗੇ ਜਾਂ ਆਪਣੇ ਪੇਕੇ ਪਰਿਵਾਰ ਰਹਿ ਰਹੇ ਸੀ, ਤੇ ਬਹੁਤ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਟੱਬਰ ਸੀਗਾ ਤੇ ਪਹਿਲੀ ਦੁੱਖ ਹੰਢਾ ਰਹੇ ਸੀ। ਤਾਂ ਮੈਨੂੰ ਲੱਗਿਆ ਵੀ ਇਸ ਮੌਕੇ ਪੂਰਾ ਜਿਹੜਾ ਸਿੱਖ ਪੰਥ ਹੈ ਉਹਨੂੰ ਨਾਲ ਇਸ ਟੱਬਰ ਦੇ ਖੜਨਾ ਚਾਹੀਦਾ ਤੇ ਇਹਦਾ ਸਾਥ ਦੇਣਾ ਚਾਹੀਦਾ। ਸੋ ਇਸ ਭਾਵਨਾ ਦੇ ਤਹਿਤ ਹੀ ਅਸੀਂ ਉੱਥੇ ਜਾ ਕੇ ਆਏ। ਪਰ ਗੰਗਵੀਰ ਜੀ, ਜੇ ਹਾਲਾਤਾਂ ਦੀ ਗੱਲ ਕਰੀਏ, ਤੁਸੀਂ ਸੋਸ਼ਲ ਮੀਡੀਆ ਵੀ ਦੇਖਦੇ ਹੋ, ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ, ਇੱਕ ਵੱਡਾ ਵਿਰੋਧ ਲਖਬੀਰ ਦੇ ਪਰਿਵਾਰ ਦਾ ਹੋ ਰਿਹਾ, ਲਖਬੀਰ ਦਾ ਖਾਸ ਕਰਕੇ ਹੋ ਰਿਹਾ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਹਿੰਮਤ ਕੀਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਹੱਥ ਪਾਇਆ। ਹਾਲਾਂਕਿ ਇਹ ਵਿਸ਼ਾ ਤਾਂ ਹੈ ਕਿ ਕਿਉਂ ਪਾਇਆ, ਕੌਣ ਸੀ ਉਹਦੇ ਪਿੱਛੇ, ਪਰ ਇਹ ਸਭ ਚੀਜ਼ਾਂ ਨੂੰ ਜਸਟੀਫਾਈ ਕਿਵੇਂ ਕੀਤਾ ਤੁਸੀਂ? ਕਿਉਂਕਿ ਸਮਾਜਿਕ ਤੌਰ ਤੇ ਵੀ ਲੋਕ ਵਿਰੋਧ ਕਰਦੇ ਨੇ ਉਹਨਾਂ ਲੋਕਾਂ ਦਾ ਜਿਹੜੇ ਅਜਿਹੇ ਲੋਕਾਂ ਦੇ ਨਾਲ ਜਾ ਕੇ ਗਾਹੇ ਬਗਾਹੇ ਖੜ੍ਹਦੇ ਨੇ, ਚਾਹੇ ਉਹਨਾਂ ਦੀ ਮਨਸ਼ਾ ਕੋਈ ਵੀ ਹੋਵੇ। ਦੇਖੋ, ਲੋਕਾਂ ਦਾ ਇਸ ਮਸਲੇ ਨੂੰ ਨਾ ਦੇਖਣ ਦਾ ਇੱਕ ਨਜ਼ਰੀਆ ਹੈ। ਅਸੀਂ ਅੰਨ੍ਹੇਵਾਹ ਵਿਰੋਧ ਨਹੀਂ ਕਿਸੇ ਗੱਲ ਦਾ ਕਰ ਸਕਦੇ। ਵਿਰੋਧ ਕਰਨਾ ਵੀ ਇੱਕ ਰਾਜਨੀਤੀ ਹੁੰਦੀ ਹੈ। ਉਹ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਅਸੀਂ ਕਿਸ ਭਾਵਨਾ ਤੋਂ ਗਏ ਸੀ ਤੇ ਸਾਡੀ ਉਸ ਪਿੱਛੇ ਭਾਵਨਾ ਕੀ ਸੀ। ਮਹਾਰਾਜ ਦੀ ਜੋ ਬੇਅਦਬੀ ਹੋਈ ਹੈ ਉਹ ਬਹੁਤ ਮੰਦਭਾਗੀ ਘਟਨਾ ਹੋਈ ਹੈ, ਪਰ ਉੱਥੇ ਇੱਕ ਗੱਲ ਇਹ ਵੀ ਤੈਅ ਹੈ ਕਿ ਜਿਹੜਾ ਜਦੋਂ ਅਸੀਂ ਉਸਦੇ ਪਿੰਡ 'ਚ ਜਾ ਕੇ ਦੇਖਿਆ ਤੇ ਜੋ ਗੱਲਬਾਤ ਸਾਹਮਣੇ ਆਈ ਵੀ ਉਹਨੂੰ ਕੋਈ ਸੰਧੂ ਸਾਹਿਬ ਨਾਂ ਦਾ ਬੰਦਾ ਲੈ ਕੇ ਗਿਆ ਤੇ ਉਹ ਉਸਦੇ ਮਤਲਬ ਜੋ ਲੋਕਾਂ ਨੇ ਸੁਣਿਆ ਜਾਂ ਲੋਕਾਂ ਨੇ ਪਤਾ ਹੈ ਉਹ ਦੱਸਦੇ ਸੀ ਵੀ ਝਬਾਲ ਮੰਡੀ 'ਚ ਉਹ ਪੱਲੇਦਾਰੀ ਕਰ ਰਿਹਾ ਸੀਗਾ ਝੋਨੇ ਦੇ ਸੀਜ਼ਨ ਦੀ, ਤੇ ਜਿਸ ਦਿਨ ਉਹ ਗਾਇਬ ਹੋਇਆ ਉਤੋਂ ਇਹ ਕਹਿ ਕੇ ਨਿਕਲਿਆ ਵੀ ਮੇਰਾ ਨਾ ਸਰੀਰ ਟੁੱਟਦਾ ਹੈ, ਮੇਰਾ ਸਰੀਰ ਠੀਕ ਨਹੀਂ ਹੈ ਤੇ ਇਸ ਲਈ ਮੈਂ ਆਰਾਮ ਕਰਨ ਲੱਗਾ। ਉਸ ਤੋਂ ਬਾਅਦ ਉਹ ਗਾਇਬ ਹੋ ਗਿਆ ਤੇ ਉਹ ਬੰਦਾ ਦੱਸਦੇ ਹੈ ਕਿ ਉਹ ਝਬਾਲ ਤੋਂ ਕਦੀ ਅੰਮ੍ਰਿਤਸਰ ਨਹੀਂ ਗਿਆ ਤੇ ਜਿਹਦੇ ਕੋਲ ਪੈਸੇ ਨਹੀਂ ਸੀਗੇ ਤੇ ਉਹ ਬੰਦਾ ਇੱਕਦਮ ਗਾਇਬ ਹੋ ਜਾਂਦਾ ਹੈ ਤੇ ਉੱਥੇ ਜਾ ਕੇ ਪੁੱਜ ਜਾਂਦਾ ਤੇ ਉਸ ਵਰਤਾਰੇ ਦਾ ਸ਼ਿਕਾਰ ਹੋ ਜਾਂਦਾ ਜਾਂ ਕਹ ਲਈਏ ਕਿ ਬੇਅਦਬੀ ਦੇ ਵਿੱਚ ਇਨਵੋਲਵ ਹੋ ਜਾਂਦਾ ਹੈ। ਤਾਂ ਮਤਲਬ ਇਹ ਪੂਰਾ ਮਾਮਲੇ ਨੂੰ ਆਪਾਂ ਇਹ ਦੇਖਦੇ ਹਾਂ ਵੀ ਜਿਹੜੇ ਬੰਦੇ ਮੁੱਖ ਇਹਦੇ ਪਿੱਛੇ ਸਾਜ਼ਿਸ਼ ਕਰਤਾ ਸਨ ਉਹਨਾਂ ਨੇ ਇੱਕ ਜਿਹੜਾ ਡਰੱਗ ਐਡਿਕਟ ਬੰਦਾ ਹੈ ਉਹ ਵਰਤ ਕੇ ਸੁੱਟ ਦਿੱਤਾ ਹੈ, ਉਹਦੇ ਕੋਲੋਂ ਬੇਅਦਬੀ ਕਰਵਾਈ ਹੈ। ਹੁਣ ਇਸ ਗੱਲ ਨੂੰ ਆਪਾਂ ਹੋਰ ਤਰ੍ਹਾਂ ਵੀ ਦੇਖਦੇ ਹਾਂ। ਤੁਸੀਂ ਇਹ ਦੇਖ ਲੈਣਾ ਪੰਜਾਬ 'ਚ ਅੱਜ ਦੇ ਟਾਈਮ 'ਚ ਮਤਲਬ ਜਿਹੜੇ ਬੰਦੇ ਡਰੱਗ ਐਡਿਕਟ ਹੋ ਚੁੱਕੇ ਹੈ, ਕਈ ਮਾੜੀਆਂ ਵਾਰਦਾਤਾਂ ਕਰਦੇ ਹਨ। ਇੱਕ ਤਾਂ ਉਹਨਾਂ ਨੂੰ ਅਪਰਾਧੀ ਦੇ ਤੌਰ ਤੇ ਦੇਖ ਲੈਂਦੇ ਆ ਵੀ ਉਹ ਚਲੋ ਮਾੜੀ ਵਾਰਦਾਤ ਕਰਦਾ ਹੈ ਤੇ ਉਹ ਅਪਰਾਧੀ ਹੈ, ਪਰ ਦੂਸਰੀ ਤਾਂ ਉਹ ਬੰਦੇ ਪੀੜਤ ਵੀ ਹੈ। ਉਹ ਪੀੜਤ ਇਸ ਗੱਲ ਦੇ ਹੈ ਕਿ ਜਿਹੜਾ 90 ਦੇ ਦੌਰ ਤੋਂ ਏਜੰਸੀਆਂ ਦੇ ਦੁਆਰਾ ਜਿਹੜਾ ਕਹਿੰਦੇ ਖੜਕੂਵਾਦ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਡਰੱਗ ਨੈਟਵਰਕ ਖੜਾ ਕੀਤਾ ਗਿਆ, ਉਹਦਾ ਸ਼ਿਕਾਰ ਜਿਹੜਾ ਸਾਡੀ ਇੱਕ ਪੂਰੀ ਨਸਲ ਹੋ ਰਹੀ ਹੈ। ਉਹਦੇ ਵਿੱਚੋਂ ਇਹੋ ਜਿਹੇ ਵਰਤਾਰੇ ਸਾਹਮਣੇ ਆ ਰਹੇ ਹੈ। ਹੁਣ ਜੇ ਇੱਥੇ ਆਹੀ ਹਾਲ ਰਿਹਾ ਤਾਂ ਇੱਕ ਲਖਬੀਰ ਨਹੀਂ ਹੋ ਸਕਦਾ, ਕਈ ਹੋਰ ਲਖਬੀਰ ਆ ਜਾਣ। ਤੁਸੀਂ ਉਸ ਇਲਾਕੇ ਵਿੱਚ ਜਾਓ ਤੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਦੱਸਦੇ ਆ ਕਿ ਪਿਛਲੇ ਹਫਤੇ ਪਿੰਡ ਭਕਨਾ ਮਤਲਬ ਲੱਦੇਵਾਲ ਤੋਂ 2 ਕਿਲੋਮੀਟਰ ਪਹਿਲਾਂ ਹੀ ਹੈ, ਖਾਸਾ ਤੋਂ 2 ਕਿਲੋਮੀਟਰ ਅੱਗੇ, ਉੱਥੇ ਵੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾ ਹੋਈ ਹੈ ਤੇ ਉਹ ਵੀ ਬੰਦਾ ਮਤਲਬ ਇਹ ਦੱਸਿਆ ਜਾ ਰਿਹਾ ਵੀ ਮਾਨਸਿਕ ਸੰਤੁਲਨ ਹਿੱਲਿਆ ਹੋਇਆ ਸੀ। ਤਾਂ ਇਹ ਇਹੋ ਜਿਹੀਆਂ ਜਿਹੜੀਆਂ ਘਟਨਾ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ, ਕਿਤੋਂ ਨਾ ਕਿਤੋਂ ਸਮਾਜ ਦੇ ਵਿੱਚ ਰੋਸ ਵੀ ਹੈ। ਤੇ ਹੁਣ ਇੱਕ ਇਸ ਗੱਲ ਨੂੰ ਹੋਰ ਵਰਤਾਰੇ ਤੋਂ ਵੀ ਸਮਝੋ, ਪਿਛਲੇ 5-7 ਸਾਲ 'ਚ ਜਿੰਨੀਆਂ ਬੇਅਦਬੀਆਂ ਹੋਈਆਂ ਉਹਦੇ ਦੋਸ਼ੀ ਅੱਜ ਤੱਕ ਸਾਹਮਣੇ ਨਹੀਂ ਆਏ, ਉਹ ਦੋਸ਼ੀ ਫੜੇ ਨਹੀਂ ਗਏ। ਤੇ ਦੂਸਰਾ ਈਵਨ ਜਦ 1984 ਤੋਂ ਲੈ ਕੇ ਅੱਜ ਤੱਕ ਦੇਖਦੇ ਹਾਂ, ਸਿੱਖ ਨਸਲਕੁਸ਼ੀ ਤੋਂ ਲੈ ਕੇ ਅੱਜ ਤੱਕ ਜੋ ਪੰਜਾਬ ਦੇ ਮਸਲੇ ਆ ਜਾਂ ਸਿੱਖਾਂ ਦੇ ਕੋਈ ਵੀ ਮਸਲੇ ਆ, ਉਹਦਾ ਕੋਈ ਦੋਸ਼ੀ ਨਹੀਂ ਸਾਹਮਣੇ ਆਇਆ ਜਾਂ ਦੋਸ਼ੀ ਫੜਿਆ ਨਹੀਂ ਗਿਆ ਜਾਂ ਕਿਸੇ ਨੂੰ ਸਜ਼ਾ ਨਹੀਂ ਹੋਈ। ਤਾਂ ਸਮਾਜ ਦੇ ਵਿੱਚ ਇੱਕ ਬੇਭਰੋਸਗੀ ਵੀ ਹੈ।
ਹੁਣ ਬੇਭਰੋਸਗੀ ਇੱਥੇ ਹੈ ਕਿ ਜਿਹੜੇ ਸਮਾਜਿਕ ਸੰਸਥਾਨ ਹੈ ਤੇ ਨਿਆਇਕ ਸੰਸਥਾਨ ਹੈ ਜਿਨ੍ਹਾਂ ਨੇ ਤੁਹਾਨੂੰ ਨਿਆਂ ਦੇਣਾ ਸੀ ਉਹ ਫੇਲ ਹੋ ਚੁੱਕੇ ਆ ਤੇ ਉਹ ਆਪਣੇ ਯਕੀਨ ਗਵਾ ਚੁੱਕੇ ਆ। ਤਾਂ ਇਸ ਕਰਕੇ ਲੋਕ ਜਿਹੜਾ ਅਨਾਰਚਿਜ਼ਮ ਵੱਲ ਜਾ ਰਹੇ ਆ ਤੇ ਇੱਕ ਭੀੜਤੰਤਰ ਵੱਲ ਜਾ ਰਹੇ ਆ। ਇਹਦੇ ਵਿੱਚ ਲੋਕ ਨਹੀਂ ਦੋਸ਼ੀ, ਇਹਦੇ ਵਿੱਚ ਸਰਕਾਰਾਂ ਤੇ ਜਿਹੜੇ ਸਟੇਟ ਦੇ ਰਿਸਪੌਂਸੀਬਲ ਜਿਨ੍ਹਾਂ ਤੇ ਜ਼ਿੰਮੇਵਾਰੀ ਹੈ ਨਾ ਉਹ ਲੋਕਾਂ ਦੀ ਵੀ ਵੱਡੀ ਜ਼ਿੰਮੇਵਾਰੀ ਹੈ। ਜੇ ਅੱਜ ਲਖਵੀਰ ਇਹੋ ਜਿਹਾ ਬਣਿਆ ਤੇ ਇਹਦੇ ਪਿੱਛੇ ਕੋਈ ਨਾ ਕੋਈ ਵੱਡੀ ਸਾਜ਼ਿਸ਼ ਹੈ। ਜਦ ਤੱਕ ਉਹ ਸਾਜ਼ਿਸ਼ ਕਰਤਾ ਤੱਕ ਨਹੀਂ ਪਹੁੰਚਾਂਗੇ ਤਦ ਤੱਕ ਆਪਾਂ ਇਸ ਨੂੰ ਇੱਕ ਐਂਗਲ ਤੋਂ ਨਹੀਂ ਦੇਖ ਸਕਦੇ। ਠੀਕ ਹੈ, ਕਿਉਂਕਿ ਸਮਝਣ ਵਾਲੀ ਤਾਂ ਹੈ ਹੀ ਆ ਗੱਲ, ਕਿਉਂਕਿ ਸਭ ਲੋਕ ਇਹੀ ਕਹਿੰਦੇ ਨੇ ਕਿ ਜਿਹੜਾ ਬੰਦਾ ਆਪਣੇ ਪਿੰਡੋਂ ਨਿਕਲ ਕੇ ਉਹ ਸਿਰਫ ਮੰਡੀ ਤੱਕ ਜਾਂਦਾ ਔਰ ਮੰਡੀ ਤੋਂ ਬਾਅਦ ਕਦੇ ਕਿਸੇ ਸ਼ਹਿਰ 'ਚ ਗਿਆ ਹੀ ਨਹੀਂ, ਜਾਂ ਉਹਦੀ ਸਮਰੱਥਾ ਨਹੀਂ, ਜਾਂ ਉਹ ਜਾ ਨਹੀਂ ਸਕਦਾ, ਸੋਚਦਾ ਹੀ ਇਹ ਹੈ ਕਿ ਮੈਂ ਜਿੰਨਾ ਕੰਮ ਕਰਨਾ ਸਿਰਫ ਨਸ਼ਾ ਖਾਣਾ, ਉਹ ਬੰਦਾ ਦਿੱਲੀ ਕਿਵੇਂ ਪਹੁੰਚਿਆ, ਦਿੱਲੀ ਪਹੁੰਚ ਕੇ ਇਸ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ। ਹੁਣ ਹੋਰ ਵੀ ਉਸ ਦੀਆਂ ਜੋ ਚੀਜ਼ਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ। ਇੱਧਰ ਮੇਰੇ ਕੋਲੇ ਖਾਲਸਾ ਜੀ ਵੀ ਖੜੇ ਨੇ। ਖਾਲਸਾ ਜੀ, ਕੀ ਨਾਮ ਹੈ ਜੀ ਤੁਹਾਡਾ? ਸਨੀ ਸਿੰਘ। ਸਨੀ ਸਿੰਘ ਜੀ, ਦੇਖੋ ਇਸ ਵਿਸ਼ੇ ਨੂੰ ਬੜਾ ਨਜ਼ਦੀਕੀ ਤੋਂ ਦੇਖਣਾ ਪੈਣਾ ਹੈ ਔਰ ਬੜੀ ਗੰਭੀਰਤਾ ਦੇ ਨਾਲ ਦੇਖਣਾ ਪੈਣਾ। ਸਿੱਖ ਸਮਾਜ ਦੇ ਨਾਲ ਜੁੜੇ ਹੋਏ ਲੋਕ ਆ ਔਰ ਇੱਕ ਪਾਸੇ ਉਹਦੇ ਫੈਮਿਲੀ ਦੀ ਜਾ ਕੇ ਮਦਦ ਵੀ ਕਰਨੀ ਆ। ਦੇਖੋ ਇਹ ਸਿੱਖ ਸਮਾਜ ਦਾ ਹਮੇਸ਼ਾ ਹੀ ਇਹ ਰਿਹਾ, ਸਿੱਖ ਧਰਮ ਦਾ, ਕਿ ਪੀੜਤਾਂ ਦੇ ਤਾਂ ਨਾਲ ਖੜਦੇ ਆ, ਦੀਨ ਦੁਖੀਆਂ ਦੇ ਨਾਲ ਖੜਦੇ ਆ। ਪਰ ਇੱਥੇ ਇਸ ਗੱਲ ਦਾ ਵਿਰੋਧ ਹੁੰਦਾ ਲਗਾਤਾਰ ਕਿ ਜਿਹੜੇ ਬੰਦੇ ਨੇ ਸਾਡੇ ਪਿਓ ਨੂੰ ਹੱਥ ਪਾਇਆ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਹੱਥ ਪਾਇਆ, ਉਹਦੀ ਮਦਦ ਫਿਰ ਕਿਉਂ ਹੋ ਰਹੀ ਆ? ਇਹਦਾ ਪੂਰਾ ਮਸਲਾ ਬਾਈਨਰੀ ਦੇਖਿਆ ਜਾ ਰਿਹਾ, ਜਾਂ ਇਸ ਪੱਖ ਦੇ ਵਿੱਚ ਜਾਂ ਇਸ ਪੱਖ ਦੇ ਵਿੱਚ। ਪਰ ਇਹਦੇ ਬਹੁਤ ਸਾਰੇ ਪੱਖ ਹੈਗੇ ਆ। ਜਿਵੇਂ ਮੇਰੇ ਦੋਸਤ ਗੰਗਵੀਰ ਨੇ ਵੀ ਗੱਲ ਕੀਤੀ ਹੈ ਵੀ ਸਿਰਫ ਇਹ ਇਕੱਲਾ ਬੇਅਦਬੀ ਦਾ ਮਸਲਾ ਨਹੀਂ ਹੈਗਾ। ਬੇਅਦਬੀ ਦਾ ਸੀਗਾ, ਉਹ ਤੋਂ ਸੰਗਤ ਦਾ ਰੋਸ ਵੀ ਸੀਗਾ। ਠੀਕ ਆ, ਜਦੋਂ ਲੰਬੇ ਟਾਈਮ ਤੋਂ ਬੇਅਦਬੀਆਂ ਹੋਈਆਂ, ਲੋਕਾਂ ਦੇ ਵਿੱਚ ਰੋਸ ਸੀਗਾ, ਇਹ ਚੀਜ਼ ਵੀ ਆਉਂਦੀ ਆ। ਹੁਣ ਰੋਸ ਦਾ ਸ਼ਿਕਾਰ ਕੌਣ ਹੁੰਦਾ, ਇਹ ਤਾਂ ਸਰਕਾਰਾਂ ਨੇ ਤੈਅ ਕਰਨਾ, ਤਾਂ ਮੌਕੇ ਦੀ ਗੱਲ ਹੈਗੀ ਆ। ਦੂਸਰਾ, ਸਾਡੀ ਇਹਦੇ ਪਿੱਛੇ ਵੱਡੀ ਕੋਸ਼ਿਸ਼ ਇਹ ਸੀਗੀ ਵੀ ਜਿਹੜਾ ਜਿਹਨੇ ਕੋਈ ਕੀਤਾ ਉਹ ਤਾਂ ਰੱਬ ਜਾਣਦਾ ਹੈਗਾ ਕੀ ਉਹਦੇ ਵਿੱਚ ਘਟਨਾ ਵਾਪਰੀ, ਕੀ ਉੱਥੇ ਹੋਇਆ। ਪਰ ਅਸਲ ਮਸਲਾ ਇਹ ਸੀ ਕਿ ਉਹਦਾ ਪਰਿਵਾਰ ਜਿਹੜਾ ਪਿੱਛੇ ਬੱਚਾ, 3 ਬੇਟੀਆਂ ਨੇ, ਠੀਕ ਹੈ, ਕੰਨਿਆ ਭਰੂਣ ਹੱਤਿਆ ਹੁੰਦੀ ਆ ਤਾਂ ਬੇਟੀ ਨੂੰ ਜੰਮਣ ਤੋਂ ਪਹਿਲੇ ਮਾਰਤਾ ਜਾਂਦਾ। ਉਹਦੇ 3 ਬੇਟੀਆਂ ਨੇ, ਘਰ ਦੀ ਹਾਲਤ ਅਸੀਂ ਦੇਖ ਕੇ ਆਏ ਆ। ਸਾਡੀ ਰੂਹ ਕੰਬ ਗਈ ਉਹ ਦੇਖ ਕੇ ਵੀ ਉਹ ਹਾਲਾਤ ਅਸੀਂ ਦੇਖੇ ਨਹੀਂ। ਅਸੀਂ ਇਸ ਗੱਲ ਤੋਂ ਖੁਸ਼ ਹੁੰਦੇ ਸੀ ਵੀ ਅਸੀਂ ਸਵਰਗ 'ਚ ਰਹਿੰਦੇ ਹਾਂ। ਜਿਹੜੇ ਏਰੀਏ ਤੋਂ ਅਸੀਂ ਬਿਲੋਂਗ ਕਰਦੇ ਹਾਂ ਉੱਥੇ ਕੱਚੇ ਘਰ, ਬੁਰਾ ਹਾਲ, ਤੇ ਉਹਦੇ ਵਿੱਚ ਉਹ ਬੇਟੀਆਂ ਅੱਗੇ ਕਿੱਦਾਂ ਵਧਣਗੀਆਂ, ਉਹਨਾਂ ਦੀ ਪੜ੍ਹਾਈ ਦਾ ਖਰਚਾ, ਉਹਨਾਂ ਦੇ ਵਿਆਹ ਹੋਣਗੇ, ਜਿਹਦੇ ਪਿਓ ਦੇ ਉੱਤੇ ਐਡਾ ਵੱਡਾ ਇਲਜ਼ਾਮ ਲੱਗ ਗਿਆ ਹੋਵੇ, ਉਹ ਬੇਟੀਆਂ ਕਿੱਥੇ ਬਹਿਆਂ ਜਾਣਗੀਆਂ। ਉਹ ਜਿਹੜਾ ਪਰਿਵਾਰ ਹੈਗਾ ਉਹਨੂੰ ਦੋਸ਼ੀ ਨਾ ਉੱਥੇ ਘੜਿਆ ਜਾਵੇ, ਉਹ ਪਰਿਵਾਰ ਨੂੰ ਸਜ਼ਾ ਨਾ ਦਿੱਤੀ ਜਾਵੇ। ਤਾਂ ਉਹਦੀ ਜਿਹੜੀਆਂ ਹੋਰ ਵੀ ਸਿੱਖ ਸੰਗਤਾਂ ਹੈਗੀਆਂ, ਉਹ ਪਰਿਵਾਰ ਦੀ ਅਸੀਂ ਅਪੀਲ ਕੀਤੀ ਉਹਨਾਂ ਨੂੰ ਵੀ ਜਿਹੜਾ ਪੰਥ ਹੈ ਉਹਨਾਂ ਦੇ ਨਾਲ ਖੜੇ, ਉਹਨਾਂ ਦੀ ਬਾਂਹ ਫੜੇ। ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਜਾ ਕੇ ਗੱਲ ਕੀਤੀ, ਕੋਈ ਅਜਿਹੀ ਗੱਲ ਸਾਹਮਣੇ ਆਈ ਜਿਹੜੀ ਖਾਸ ਹੋਵੇ, ਤੁਹਾਨੂੰ ਲੱਗਾ ਕਿ ਇਹ ਬੜੀ ਖਾਸ ਗੱਲ ਲੱਗੀ ਯਾਰ ਲਖਵੀਰ ਦੇ ਨਾਲ ਜੁੜੀ ਹੋਈ, ਜਿਹੜੀ ਲੋਕਾਂ ਨਾਲ ਸਾਂਝੀ ਕਰਨੀ ਬਣਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਬੰਦਾ ਸੀ? ਨਸ਼ੇੜੀ ਤਾਂ ਸੀ, ਪਰ ਕਿਸ ਤਰ੍ਹਾਂ ਦਾ ਇਨਸਾਨ ਸੀ, ਉਹ ਵੀ ਕੁਝ ਨਾ ਕੁਝ ਤੁਸੀਂ ਓਬਜ਼ਰਵ ਕੀਤਾ ਉਹਨਾਂ ਕੋਲ ਜਾ ਕੇ? ਦੇਖੋ, ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਹ ਬੰਦਾ ਦਿਹਾੜੀ ਕਰਦਾ ਸੀ, ਪੱਲੇਦਾਰੀ ਕਰਦਾ ਸੀ ਮੰਡੀ ਦੇ ਵਿੱਚ। ਅੱਜ ਕੱਲ੍ਹ ਸੀਜ਼ਨ ਵੀ ਝੋਨੇ ਦੀ ਕਟਾਈ ਦਾ ਚੱਲ ਰਿਹਾ, ਤੇ ਉਹਦਾ ਪਿੰਡ ਚੀਮਾ ਹੈਗਾ। ਅਸੀਂ ਉਹਦੇ ਪਿੰਡ ਨਹੀਂ ਗਏ ਸੀ, ਉਹਦੇ ਸਹੁਰਿਆਂ ਦੇ ਪਿੰਡ ਗਏ ਸੀਗੇ। ਤਾਂ ਚੀਮੇ ਤੋਂ ਨੇੜੇ ਉਹ ਝਬਾਲ ਦੀ ਮੰਡੀ ਦੇ ਵਿੱਚ ਇੱਥੇ ਕੰਮ ਕਰਦਾ ਸੀਗਾ। ਉਹ ਕਹਿੰਦੇ ਕਦੀ ਅੰਮ੍ਰਿਤਸਰ ਨੇੜੇ ਪੈਂਦਾ, ਕਦੀ ਉੱਥੇ ਵੀ ਨਹੀਂ ਗਿਆ। ਜਿਹੜਾ ਬੰਦਾ ਇੰਨੇ ਇਤਿਹਾਸਿਕ ਸ਼ਹਿਰ ਆ ਉੱਥੇ ਨਾ ਕਦੀ ਗਿਆ ਹੋਵੇ, ਉੱਥੋਂ ਚੱਕ ਕੇ ਦਿੱਲੀ 'ਚ ਕਿੱਦਾਂ ਇੰਪਲਾਂਟ ਕਰਤਾ ਗਿਆ। ਠੀਕ ਆ, ਘਰਦਿਆਂ ਦਾ ਤਾਂ ਇਹ ਵੀ ਦੱਸਣਾ ਹੈਗਾ ਵੀ ਉਹ ਜਿਹੜਾ ਬੰਦਾ ਸੀ ਜਦੋਂ ਕਿਤੇ ਗੁਰਦੁਆਰੇ ਜਾਂਦਾ ਸੀਗਾ ਤਾਂ ਲੰਗਰ ਬਾਹਰ ਬੈਠ ਕੇ ਛਕ ਲੈਂਦਾ ਸੀ, ਵਿੱਚ ਚਾਹ ਵੀ ਪੀਂਦਾ ਸੀ ਤਾਂ ਬਾਹਰ ਬੈਠ ਕੇ ਛਕ ਲੈਂਦਾ ਸੀ। ਉਹ ਕਹਿੰਦਾ ਵੀ ਮੈਂ ਨਸ਼ੇ ਪੱਤੇ ਖਾਣ ਵਾਲਾ ਬੰਦਾ ਹੈ ਤੇ ਅੰਦਰ ਜਾਊਂਗਾ ਤਾਂ ਮੈਂ ਗੁਰੂ ਘਰ ਦੀ ਬੇਅਦਬੀ ਹੋਏਗੀ, ਮੈਂ ਬਾਹਰ ਬੈਠ ਜਾਂਦਾ। ਫਿਰ ਗੱਲ ਇਹ ਆਉਂਦੀ ਵੀ ਉਹ ਬੰਦਾ ਉੱਥੇ ਕਿੱਦਾਂ ਪਹੁੰਚ ਗਿਆ, ਉਹ ਬੰਦੇ ਤੋਂ ਕਿਵੇਂ ਕਰਾਇਆ ਗਿਆ। ਠੀਕ ਹੈ ਨਾ, ਉਹ ਐਡੀ ਵੱਡੀ ਗੱਲ ਕਿਵੇਂ ਹੋ ਗਈ। ਤਾਂ ਦੋਸ਼ੀ ਜਿਹੜੇ ਹੈਗੇ ਆ, ਜਦੋਂ ਦੋਸ਼ ਮੜਨ ਦੀ ਵਾਰੀ ਆਉਂਦੀ ਆ, ਕਈ ਚਲੋ ਖੈਰ ਗੱਲ ਸਾਈਡ ਤੇ ਚਲੇ ਜਾਂਦੀ ਆ। ਕਈ ਵਾਰੀ ਕਈ ਮਹਿਕਮਿਆਂ ਦੇ ਵਿੱਚ ਵੱਡੇ ਵੱਡੇ ਘੁਟਾਲੇ ਸਾਹਮਣੇ ਆਉਂਦੇ ਆ, ਫੜੇ ਕੌਣ ਜਾਂਦੇ ਆ? ਛੋਟੇ ਕਲਰਕ ਤੇ ਚਪੜਾਸੀ। ਇੱਕ ਪੀਯੂ ਦਾ ਪੁਰਾਣਾ ਮਸਲਾ ਤੁਹਾਨੂੰ ਯਾਦ ਹੋਏਗਾ ਕਿ ਫੀਸਾਂ ਦਾ ਘਪਲਾ ਹੋਇਆ ਸੀਗਾ, 2 ਕਰੋੜ ਦਾ ਘਪਲਾ ਸੀਗਾ, ਐਡਹੌਕ ਤੇ ਕਲਰਕ ਸੀਗੀ। ਉਹ ਦੂਸਰੇ ਦਿਨ ਹੀ ਉਹਨੇ 1 ਕਰੋੜ ਰਿਕਵਰ ਵੀ ਕਰਤਾ। ਵੱਡੀਆਂ ਮੱਛੀਆਂ ਸਾਹਮਣੇ ਨਹੀਂ ਆਈਆਂ। ਕਿਸੇ ਵੀ ਸਿਸਟਮ ਦੇ ਵਿੱਚ ਲੈ ਲਈਏ ਤਾਂ ਵੱਡੀਆਂ ਮੱਛੀਆਂ ਨਹੀਂ ਸਾਹਮਣੇ ਆਉਂਦੀਆਂ। ਯਾਨੀ ਕਿਤੇ ਨਾ ਕਿਤੇ ਐਂ ਲੱਗਦਾ ਕਿ ਲਖਵੀਰ ਨੂੰ ਮੋਹਰਾ ਬਣਾਇਆ ਗਿਆ, ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ। ਵੱਡੀ ਸਾਜ਼ਿਸ਼ ਤਾਂ ਦਿਖ ਰਹੀ ਹੈ ਜੀ, ਪਰ ਤੁਸੀਂ ਇਹ ਦੇਖੋ ਵੀ ਇਹ ਮਸਲਾ ਇੰਪਲਾਂਟ ਕਿੱਦਾਂ ਕੀਤਾ ਗਿਆ। ਇਹ ਮਸਲਾ ਇਸ ਤਰ੍ਹਾਂ ਇੰਪਲਾਂਟ ਕੀਤਾ ਗਿਆ ਕਿ 1 ਵਰਸਸ 2, ਇੱਕ ਦਾ ਦੂਸਰੇ ਨਾਲ ਵਿਰੋਧ ਕਰਤਾ ਜਾਵੇ। ਇੱਕ ਪਾਸੇ ਸਿੱਖ ਜਥੇਬੰਦੀਆਂ ਨੂੰ ਖੜੇ ਕਰ ਦੋ, ਉਹ ਕਹਿਣਗੇ ਜੀ ਬੇਅਦਬੀ ਹੋਈ ਆ ਤੇ ਇਹ ਅਸੀਂ ਉਹ ਬੇਅਦਬੀ ਦਾ ਦੋਸ਼ੀ ਆ। ਦੂਸਰੇ ਪਾਸੇ ਉਹਦਾ ਦਲਿਤ ਮਸਲਾ, ਜਿਵੇਂ ਰਾਜਨੀਤਿਕ ਪਾਰਟੀਆਂ ਦੇ ਬਿਆਨ ਤੁਸੀਂ ਦੇਖ ਰਹੇ ਆ ਹੀ ਰਹੇ ਹੈਗੇ ਆ, ਉਹ ਦਲਿਤ ਮਸਲਾ ਬਣਾ ਦਿਓ। ਪਰ ਪਹਿਲੀ ਗੱਲ ਤਾਂ ਇਹ ਆ ਵੀ ਠੀਕ ਆ, ਜੋ ਹੋਇਆ ਉਹਦੇ ਵਿੱਚ ਬੇਅਦਬੀ ਹੋਈ ਆ, ਠੀਕ ਆ, ਨਿਹੰਗਾਂ ਦਾ ਦੋਸ਼ ਸੀਗਾ, ਉਹਨਾਂ ਦਾ ਜਿਵੇਂ ਵੀ ਹੋਇਆ, ਉਹਦਾ ਕਤਲ ਹੋਇਆ ਜਿਵੇਂ ਵੀ ਹੋਇਆ। ਪਰ ਸਵਾਲ ਇਹ ਆ ਕਿ ਕੀ ਉਹਦਾ ਆਇਡੈਂਟੀ ਕਾਰਡ ਚੈੱਕ ਕੀਤਾ ਗਿਆ ਕਿ ਉਹ ਦਲਿਤ ਹੈ ਜਾਂ ਨਹੀਂ? ਉਹ ਆਧਾਰ ਕਾਰਡ ਨਾਲ ਲੈ ਕੇ ਗਿਆ ਸੀ।
ਉਹ ਤਾਂ ਰਾਜਨੀਤਿਕ ਤੌਰ ਤੇ ਬਿਆਨ ਆਉਂਦੇ ਬਿਆਨ ਬੇਅਦਬੀ ਦਾ ਜਿਹੜਾ ਦੋਸ਼ ਲੱਗਿਆ, ਬੇਅਦਬੀ ਦੇ ਦੋਸ਼ ਦੇ ਵਿੱਚ ਉਹਦੇ ਨਾਲ ਜੋ ਵਰਤਾਰਾ ਹੋਇਆ ਉਹ ਹੋਇਆ, ਪਰ ਕੀ ਹੈਗਾ ਕਿ ਇਸ ਕਰਕੇ, ਪਰ ਇਹ ਗੱਲ ਕਹਿਣਾ ਕਿ ਉਹ ਸਿਰਫ ਦਲਿਤ ਸੀ ਇਸੇ ਕਰਕੇ ਉਹਦੇ ਨਾਲ ਇਹ ਵਰਤਾਰਾ ਹੋਇਆ, ਇਹ ਤਾਂ ਗੱਲ ਸੋਚਣ ਵਾਲੀ ਆ ਨਾ। ਇਹ ਤਾਂ ਗੱਲ ਪਲਾਂਟ ਕੀਤੀ ਜਾ ਰਹੀ ਹੈ, ਨੈਰੇਟਿਵ ਸਿਰਜੇ ਜਾ ਰਹੇ ਆ, ਵੱਖ-ਵੱਖ ਨੈਰੇਟਿਵ ਸਿਰਜੇ ਜਾ ਰਹੇ, ਸ਼ਬਦ ਪਾਏ ਜਾ ਰਹੇ ਆ। ਗੰਗਵੀਰ ਜੀ, ਇੱਕ ਚੀਜ਼ ਹੋਰ ਵੀ ਸਮਝਣ ਦੀ ਜ਼ਰੂਰਤ ਹੈ ਕਿ ਠੀਕ ਹੈ ਉਹ ਤੋਂ ਕਰਵਾਇਆ ਗਿਆ ਜੋ ਕੁਝ ਵੀ ਹੋਇਆ, ਪਰ ਇਸ ਮਸਲੇ ਤੇ ਗੱਲ ਘੱਟ ਹੋ ਰਹੀ ਹੈ। ਲੋਕ ਮੰਗ ਤਾਂ ਕਰ ਰਹੇ ਆ, ਪਰ ਇਸ ਮੰਗ ਨੂੰ ਪੂਰੀਆਂ ਕਰਨ ਦੇ ਲਈ ਕੋਈ ਹਾਲੇ ਤੱਕ ਮੂਹਰੇ ਨਹੀਂ ਆ ਰਿਹਾ। ਨਾ ਤਾਂ ਕੋਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਐਸਾ ਵੱਡਾ ਬਿਆਨ ਕਿ ਨਹੀਂ ਠੀਕ ਹੈ ਇਹਨੂੰ ਐਦਾਂ ਕਰਵਾਉਣਾ ਚਾਹੀਦਾ, ਜਾਂ ਹਰਿਆਣਾ ਸਰਕਾਰ ਦੇ ਵੱਲੋਂ ਜਾਂ ਹਰਿਆਣਾ ਦੇ ਉਸ ਪ੍ਰਸ਼ਾਸਨ ਦੇ ਵੱਲੋਂ, ਜੋ ਪ੍ਰਸ਼ਾਸਨ ਹੈ ਉੱਥੋਂ ਦਾ, ਉਹਨਾਂ ਦੇ ਵੱਲੋਂ ਵੀ ਹਾਲੇ ਤੱਕ ਤੁਹਾਨੂੰ ਲੱਗਦਾ ਹੈ ਕਿ ਮਾਮਲਾ ਕਿਤੇ ਫਿਰ ਇੱਕ ਵਾਰ ਦਬਾਉਣ ਦੀ ਕੋਸ਼ਿਸ਼ ਕਿਸੇ ਵੱਡੀ ਧਿਰ ਦੇ ਵੱਲੋਂ? ਦੇਖੋ, ਪੜਤਾਲ ਦਾ ਮਤਲਬ ਮੰਗ ਲੋਕ ਕਰਨ ਵੀ ਕਿਉਂ, ਇੱਥੇ ਕੀ ਹੋ ਰਿਹਾ ਹੈ, ਮਤਲਬ ਲੋਕਾਂ 'ਚ ਨਾ ਇੱਕ ਨਿਰਾਸ਼ਾ ਬਹੁਤ ਹੋ ਚੁੱਕੀ ਹੈ ਵੀ ਜੋ ਅੱਜ ਤੱਕ ਤੁਹਾਨੂੰ ਪਤਾ ਬੇਅਦਬੀ ਦੇ ਦੋਸ਼ੀਆਂ ਦਾ ਪੰਜਾਬ 'ਚ ਪਤਾ ਨਹੀਂ ਲੱਗ ਸਕਿਆ ਕੌਣ ਹੈ। ਮਤਲਬ ਕਿੱਡਾ ਹਾਈ ਪ੍ਰੋਫਾਈਲ ਮਾਮਲਾ ਸੀ। ਈਵਨ ਜਿਨ੍ਹਾਂ ਨੂੰ ਚਿੱਟੇ ਦਿਨ ਗੋਲੀ ਮਾਰੀ ਗਈ ਹੈ ਉਹਨਾਂ ਦਾ ਇਹ ਨਹੀਂ ਪਤਾ ਲੱਗਿਆ ਵੀ ਉਹ ਬੰਦਿਆਂ ਨੂੰ ਗੋਲੀ ਦਾ ਹੁਕਮ ਕਿਹਨੇ ਦਿੱਤਾ ਹੈ। ਫਿਰ ਲੋਕੀ ਕਿਸ ਤਰ੍ਹਾਂ ਮਤਲਬ ਸਰਕਾਰਾਂ ਤੇ ਯਕੀਨ ਕਰ ਲੈਣ ਜਾਂ ਜੁਡੀਸ਼ੀਅਲ ਇੰਸਟੀਟਿਊਸ਼ਨਸ ਤੇ ਯਕੀਨ ਕਰ ਲੈਣ, ਤਾਂ ਲੋਕਾਂ 'ਚ ਨਿਰਾਸ਼ਤਾ ਜ਼ਰੂਰ ਹੈ, ਤਾਂ ਇਸ ਕਰਕੇ ਉਹ ਮੰਗ ਕਰਨੀ ਉਹ ਛੱਡ ਦਿੱਤੀ। ਹੁਣ ਸਿੱਖਾਂ ਦਾ ਕੀ ਆ ਗਿਆ ਕਿ ਇੱਕ ਰਿਸਪੌਂਸ ਜਿਹੜਾ ਨਾ ਰਿਐਕਟਿਵ ਹੋ ਗਿਆ, ਉਹ ਇਸ ਕਰਕੇ ਨਹੀਂ ਹੋਇਆ ਕਿ ਉਹ ਵਾਇਲੈਂਸ ਕਰ ਰਹੇ ਆ ਜਾਂ ਕੁਝ ਉਹ ਹੈ ਵੀ ਉਹ ਮੋਬ ਲਿੰਚਿੰਗ ਕਰ ਰਹੇ ਜਿੱਦਾਂ ਕਿ ਪ੍ਰਚਾਰਿਆ ਜਾ ਰਿਹਾ, ਉਹ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਜੋ ਪਹਿਲਾਂ ਕੁਝ ਹੋ ਚੁੱਕਾ ਹੈ, ਵਾਪਰ ਚੁੱਕਾ ਹੈ, ਉਹਦੀ ਨਾ ਤਾਂ ਫਿਰ ਇਨਵੈਸਟੀਗੇਸ਼ਨ ਹੋਈ ਹੈ ਤੇ ਉਹ ਨਾ ਹੀ ਕੋਈ ਸੱਟਾ ਅੱਜ ਤੱਕ ਸਾਹਮਣੇ ਆਇਆ। ਸੋ ਤਾਂ ਕਰਕੇ ਕੀ ਹੈ ਵੀ ਜਦ ਜੁਡੀਸ਼ੀਅਲ ਇੰਸਟੀਟਿਊਸ਼ਨਸ ਜਿਹੜੇ ਆ ਜਿਨ੍ਹਾਂ ਨੇ ਸਮਾਜ ਨੂੰ ਚਲਾਉਣਾ ਸੀਗਾ ਜਾਂ ਸਮਾਜ ਦਾ ਇੱਕ ਬੈਲੈਂਸ ਬਣਾ ਕੇ ਰੱਖਣਾ ਸੀਗਾ, ਕਾਨੂੰਨ ਦਾ ਰਾਜ ਬਣਾ ਕੇ ਰੱਖਣਾ ਸੀ, ਉਹੀ ਫੇਲ ਹੋ ਚੁੱਕੇ ਆ ਤੇ ਸ਼ੱਕੀ ਹੋ ਚੁੱਕੇ ਆ। ਹੁਣ ਕੀ ਆ ਦੇਖ ਲਓ, ਈਵਨ ਪੋਲੀਟੀਸ਼ੀਅਨਸ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਂਦਾ ਸੀ, CBI ਜਿਹਦੀ ਦਿੱਲੀ 'ਚ ਸਰਕਾਰ ਹੈ ਉਹਦੀ CBI ਇਹੀ ਮੰਨਿਆ ਜਾਂਦਾ। ਹੁਣ ਕਿਸਾਨ ਅੰਦੋਲਨ ਦੇ ਵਿੱਚ ਵੱਡਾ ਦੋਸ਼ ਇਹ ਲੱਗਦਾ ਹੈ ਵੀ ਜਿਹੜੀਆਂ ਬੇਅਦਬੀਆਂ ਤੇ ਜੋ ਕੰਮ ਕਰਵਾ ਰਹੀ ਹੈ BJP ਕਰਵਾ ਰਹੀ ਹੈ, ਤੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕਰਨੀ ਆ ਉਹ ਏਜੰਸੀਆਂ ਵੀ ਤਾਂ BJP ਸਰਕਾਰ ਦੇ ਅੰਡਰ ਆਉਂਦੀਆਂ, ਤੇ ਫਿਰ ਸਰਕਾਰ ਲੋਕ ਕਿੱਦਾਂ ਉਹਨਾਂ ਤੋਂ ਉਮੀਦ ਰੱਖ ਲੈਣ, ਉਮੀਦ ਕਿੱਦਾਂ ਰੱਖ ਲੈਣ। ਬਿਲਕੁਲ। ਤਾਂ ਸਿੱਧੇ ਤੌਰ ਤੇ ਇਹ ਸਮਾਜ ਸੇਵੀ ਲੋਕਾਂ ਦੇ ਵੱਲੋਂ ਪਰਿਵਾਰ ਤੱਕ ਪਹੁੰਚ ਕੀਤੀ ਗਈ, ਹਾਲਾਂਕਿ ਲਖਬੀਰ ਦੇ ਸਹੁਰਾ ਪਰਿਵਾਰ ਤੱਕ ਪਹੁੰਚ ਕੀਤੀ ਗਈ ਕਿਉਂਕਿ ਉਹਦੀ ਪਤਨੀ 5 ਸਾਲ ਪਹਿਲਾਂ ਹੀ ਉਸ ਨੂੰ ਛੱਡ ਕੇ ਚਲੀ ਗਈ ਸੀ ਔਰ ਉਸ ਦੇ ਛੋਟੇ-ਛੋਟੇ ਬੱਚੇ 3 ਧੀਆਂ ਨੇ। ਤਾਂ ਉਹਨਾਂ ਦੇ ਬਾਰੇ ਇੱਕ ਹਿਊਮਨ ਬੀਇੰਗ ਦੇ ਤੌਰ ਤੇ, ਇਨਸਾਨੀਅਤ ਦੇ ਨਾਤੇ ਸੋਚਿਆ ਗਿਆ ਕਿ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਔਰ ਨਾਲ ਹੀ ਇਹ ਵੀ ਕੋਸ਼ਿਸ਼ ਕੀਤੀ ਔਰ ਅਪੀਲ ਵੀ ਕੀਤੀ ਗਈ ਇਹਨਾਂ ਲੋਕਾਂ ਦੇ ਵੱਲੋਂ ਕਿ ਉਸ ਦੇ ਪਰਿਵਾਰ ਤੇ ਲਖਬੀਰ ਦੇ ਇਸ ਕੀਤੇ ਕਾਰੇ ਦਾ ਕੋਈ ਪਰਛਾਵਾਂ ਨਹੀਂ ਪੈਣਾ ਚਾਹੀਦਾ ਉਹਨਾਂ ਨੂੰ। ਜੀ ਇੱਕ ਗੱਲ ਮੈਂ ਹੋਰ ਕਹਿ ਦੇਵਾਂ ਕਿ ਸਾਡੀ ਕੋਈ ਸਮਾਜ ਸੇਵੀ ਸੰਸਥਾ ਨਹੀਂ ਹੈ, ਮਤਲਬ ਸਮਾਜ ਦੀ ਇਹ ਜਿਹੜੀ ਸਾਡੀ ਇਹ ਭਾਵਨਾ ਹੈ ਉਹ ਸਿੱਖ ਪੰਥ ਦਾ ਹਿੱਸਾ ਹੋਣ ਕਰਕੇ ਸਾਡੀ ਇੱਕ ਜ਼ਿੰਮੇਵਾਰੀ ਹੈ ਕਿ ਉਸ ਟੱਬਰ ਨੂੰ ਸਾਂਭਿਆ ਜਾਵੇ, ਤਾਂ ਉਹਦੀ ਲਖਵੀਰ ਦੇ ਲੱਗੇ ਦੋਸ਼ਾਂ ਦਾ ਜਾਂ ਲਖਵੀਰ ਦੇ ਕੀਤੇ ਕਾਰੇ ਦਾ ਉਸ ਟੱਬਰ ਤੇ ਪਰਛਾਈ ਨਾ ਪਵੇ, ਸਾਡੀ ਇਹ ਭਾਵਨਾ ਸੀਗੀ ਮੇਨ। ਜੀ ਬਿਲਕੁਲ। ਤਾਂ ਸਿੱਧੇ ਤੌਰ ਤੇ ਉਹਨਾਂ ਨੇ ਆਪਣੀ ਜ਼ਬਾਨੀ ਵੀ ਦੱਸਿਆ ਤੇ ਸਾਡਾ ਵੀ ਐਸਾ ਕੁਝ ਨਹੀਂ ਸੀ ਕਿ ਅਸੀਂ ਉਸ ਪਰਿਵਾਰ ਦਾ ਜਾ ਕੇ ਕਿਉਂ ਉਸ ਪਰਿਵਾਰ ਦੀ ਬਾਂਹ ਫੜੀਏ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਵੀ ਸੋਚਣਗੇ ਕਿ ਅਸੀਂ ਉਸ ਪਰਿਵਾਰ ਦੇ ਕਦੇ ਵੀ ਨਾਲ ਨਹੀਂ ਖੜਨਾ, ਜਿਵੇਂ ਸਮਾਜਿਕ ਬਾਈਕਾਟ ਤੱਕ ਦੀਆਂ ਗੱਲਾਂ ਹੋ ਜਾਂਦੀਆਂ। ਪਰ ਇਹਨਾਂ ਲੋਕਾਂ ਦੇ ਵੱਲੋਂ ਇਹ ਸਮਝਿਆ ਗਿਆ ਕਿ ਉਹਨਾਂ ਲੋਕਾਂ ਤੱਕ ਪਹੁੰਚ ਜ਼ਰੂਰ ਕਰਨੀ ਚਾਹੀਦੀ ਹੈ, ਆਰਥਿਕ ਤੌਰ ਤੇ ਵੀ ਮਦਦ ਹੋਵੇ ਔਰ ਆਪਣੇ ਲੋਕਾਂ ਨੂੰ ਜਾਣੀ ਆਪਣੇ ਸਮਾਜ ਦੇ, ਸਿੱਖ ਸਮਾਜ ਦੇ ਲੋਕਾਂ ਨੂੰ ਇਹ ਅਪੀਲ ਜ਼ਰੂਰ ਕੀਤੀ ਜਾਵੇ ਕਿ ਉਸ ਦੇ ਪਰਿਵਾਰ ਤੇ ਕੋਈ ਇਸ ਤਰ੍ਹਾਂ ਦੀ ਆਂਚ ਨਾ ਆਵੇ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਬੱਚਿਆਂ ਨੂੰ ਕਿਸੇ ਵੀ ਅੱਜ ਦੀ ਇਸ ਪਰਿਸਥਿਤੀ ਦਾ, ਅੱਜ ਦੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਵੇ। ਇਸ ਮਾਮਲੇ 'ਚੋਂ ਨਿਕਲ ਕੇ ਕੀ ਆਉਂਦਾ ਹੈ, ਜਾਂਚ ਦੀ ਮੰਗ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ, ਪਰ ਜਾਂਚ ਹੁੰਦੀ ਹੈ ਕਿ ਨਹੀਂ ਹੁੰਦੀ, ਜੇ ਹੁੰਦੀ ਹੈ ਤਾਂ ਕਿਸ ਤਰੀਕੇ ਦੀ ਹੁੰਦੀ ਹੈ, ਇਹ ਦੇਖਣਾ ਲਾਜ਼ਮੀ ਰਹੇਗਾ। ਆਪਣੇ ਸਹਿਯੋਗੀ ਗਗਨ ਭਾਰਤੀ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਮੋਹਾਲੀ।